ਜਾ ਰਹੇ ਹਾਂ ਕਵਿਤਾ ਮਾਣ ਪੰਜਾਬੀ ਦਾ। ਮਾਣ ਪੰਜਾਬੀ ਦਾ ਕਵਿਤਾ ਕੁਲਵੰਤ ਸਿੰਘ ਰਫੀਕ ਜੀ ਦੀ ਲਿਖੀ ਹੋਈ ਰਚਨਾ ਹੈ ਅਤੇ ਬਹੁਤ ਹੀ ਪਿਆਰੀ ਅਤੇ ਬੜੀ ਸੁਚੱਜੇ ਢੰਗ ਨਾਲ ਲਿਖੀ ਹੋਈ ਇਹ ਕਵਿਤਾ ਹੈ। ਹਾਂਜੀ, ਆਪਾਂ ਕਵਿਤਾ ਸ਼ੁਰੂ ਕਰਨ ਜਾ ਰਹੇ ਹਾਂ। ਰੋਮ ਰੋਮ 'ਚੋਂ ਕਰੀਏ ਇਉਂ ਸਨਮਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕੁਲਵੰਤ ਰਫੀਕ ਜੀ ਕਹਿੰਦੇ ਨੇ ਕਿ ਸਾਨੂੰ ਆਪਣੀ ਪੰਜਾਬੀ ਮਾਤ ਭਾਸ਼ਾ ਦਾ ਸਨਮਾਨ ਇਸ ਢੰਗ ਨਾਲ ਕਰਨਾ ਚਾਹੀਦਾ ਹੈ ਕਿ ਸਾਡੇ ਸਰੀਰ ਦਾ ਰੋਮ ਰੋਮ ਉਹਦਾ ਸਨਮਾਨ ਕਰਦਾ ਪ੍ਰਤੀਤ ਹੋਵੇ ਅਤੇ ਜ਼ਰਾ ਜ਼ਰਾ ਕਹਿ ਉੱਠੇ ਕਿ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਕਹਿੰਦੇ ਇਸ ਬੋਲੀ ਵਿੱਚ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਹੈ। ਇਹ ਜਿਹੜੀ ਪੰਜਾਬੀ ਬੋਲੀ ਹੈ ਇਹਦੇ ਵਿੱਚ ਮਾਂ ਵਰਗੀ ਮਮਤਾ ਹੈ ਅਤੇ ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ। ਭਾਵ ਕਿ ਜਦੋਂ ਅਸੀਂ ਪੰਜਾਬੀ ਬੋਲਦੇ ਹਾਂ ਤਾਂ ਉਹ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਸਾਡੇ ਅੰਦਰ ਨੂੰ ਠੰਡ ਪੈ ਗਈ ਹੋਵੇ ਅਤੇ ਰੱਬੀ ਉਸਤਤ ਵਾਂਗੂ ਹੈ ਗੁਣਗਾਨ ਪੰਜਾਬੀ ਦਾ। ਭਾਵ ਕਿ ਜਦੋਂ ਅਸੀਂ ਪੰਜਾਬੀ ਪੜ੍ਹਦੇ ਹਾਂ, ਪੰਜਾਬੀ ਸੁਣਦੇ ਹਾਂ, ਪੰਜਾਬੀ ਬੋਲਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪਰਮਾਤਮਾ ਦੇ ਨਾਮ ਦਾ ਗੁਣਗਾਨ ਕਰ ਰਹੀਏ ਹੋਈਏ, ਪਰਮਾਤਮਾ ਦੀ ਉਸਤਤ ਕਰਦੇ ਹੋਈਏ। ਕਹਿੰਦੇ ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ, ਭਾਵ ਗੁਰੂ ਸਾਹਿਬਾਨ ਨੇ ਇਸ ਪੰਜਾਬੀ ਮਾਤ ਭਾਸ਼ਾ ਨੂੰ, ਇਸ ਬੋਲੀ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨ ਲਈ ਇਸ ਭਾਸ਼ਾ ਦੀ ਵਰਤੋਂ ਕੀਤੀ ਹੈ। ਸੋ ਇਸ ਕਰਕੇ ਇਸ ਗੁਰਮੁਖੀ ਲਿਪੀ ਨੂੰ, ਪੰਜਾਬੀ ਭਾਸ਼ਾ ਨੂੰ ਗੁਰੂ ਸਾਹਿਬਾਨਾਂ ਦੀ ਆਪਾਂ ਕਿਰਪਾ ਪਾਤਰ ਕਹਿ ਸਕਦੇ ਹਾਂ ਅਤੇ ਗੁਰਬਾਣੀ ਦੀ ਸੰਗੀ ਹੈ। ਜਪਜੀ ਸਾਹਿਬ ਤੋਂ ਲੈ ਕੇ ਜਿੰਨੀਆਂ ਰਚਨਾਵਾਂ ਆਪਾਂ ਦੇਖਦੇ ਹਾਂ ਕਿ ਕੀਤੀਆਂ ਗਈਆਂ ਗੁਰੂ ਸਾਹਿਬਾਨਾਂ ਵੱਲੋਂ, ਉਹ ਪੰਜਾਬੀ ਭਾਸ਼ਾ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਕੀਤੀਆਂ ਗਈਆਂ ਨੇ। ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ। ਸੂਫੀ ਬਾਬਾ ਬੁੱਲੇ ਸ਼ਾਹ ਦੀ ਅਗਰ ਆਪਾਂ ਗੱਲ ਕਰੀਏ, ਬਾਬਾ ਸ਼ੇਖ ਫਰੀਦ ਜੀ ਦੀ ਗੱਲ ਕਰੀਏ, ਸਭ ਨੇ ਪੰਜਾਬੀ ਭਾਸ਼ਾ ਨੂੰ ਬੜਾ ਸਤਿਕਾਰ ਬਖਸ਼ਿਆ ਅਤੇ ਆਪਣੀਆਂ ਰਚਨਾਵਾਂ ਪੰਜਾਬੀ ਭਾਸ਼ਾ ਵਿੱਚ ਕੀਤੀਆਂ ਹਨ। ਭਗਤਾਂ ਨੇ ਵੀ ਕੀਤਾ ਹੈ ਸ਼ੁਕਰਾਨ ਪੰਜਾਬੀ ਦਾ। ਬੜੇ ਭਗਤ ਹੋਏ ਨੇ, ਧੰਨਾ ਭਗਤ ਜੀ ਹੋਏ ਨੇ, ਠੀਕ ਹੈ, ਹੋਰ ਕਿੰਨੇ ਭਗਤ ਨੇ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਆਪਣੀਆਂ ਰਚਨਾਵਾਂ ਕੀਤੀਆਂ ਨੇ। ਚਾਹੇ ਉਹ ਪਰਮਾਤਮਾ ਦਾ ਗੁਣਗਾਨ ਕਰਦਿਆਂ ਇਸ ਸ੍ਰਿਸ਼ਟੀ ਦੇ ਬਾਰੇ ਕੁਛ ਲਿਖਿਆ, ਜੋ ਵੀ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਜੋ ਵੀ ਆਪਣੀ ਰਚਨਾ ਕੀਤੀ ਆ, ਉਹ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੀ ਹੈ ਰਚਨਾ ਕਰਕੇ ਪੰਜਾਬੀ ਦਾ ਸ਼ੁਕਰਾਨ ਕੀਤਾ ਹੈ। ਕਹਿੰਦੇ ਪੰਜ ਦਰਿਆਵਾਂ ਦੀਆਂ ਲਹਿਰਾਂ ਦੀ ਇਹ ਹਾਣੀ ਹੈ। ਕੌਣ? ਪੰਜਾਬੀ ਭਾਸ਼ਾ। ਤਾਈਓ ਕਿੱਸੇਕਾਰਾਂ ਨੇ ਦੀ ਇਹ ਦਿਲ ਦੀ ਰਾਣੀ ਹੈ। ਕਿੱਸੇਕਾਰ ਉਹ ਕੌਣ ਨੇ? ਜਿਹੜੇ ਕਿੱਸੇ ਸੁਣਾਉਂਦੇ ਨੇ, ਜਿਵੇਂ ਵਾਰਿਸ਼ ਦੀ ਹੀਰ, ਆਪਾਂ ਕਹਿੰਦੇ ਹਾਂ ਪੀਲੂ ਦਾ ਮਿਰਜ਼ਾ ਸਾਹਿਬਾ, ਹਾਸ਼ਮ ਦੀ ਸੱਸੀ, ਹੈ ਨਾ। ਇਹ ਜਿਹੜੇ ਪੀਲੂ, ਵਾਰਿਸ਼, ਹਾਸ਼ਮ ਕਰਨ ਬਖਾਨ ਪੰਜਾਬੀ ਦਾ। ਇਹਨਾਂ ਨੇ, ਪੀਲੂ ਨੇ ਮਿਰਜ਼ਾ ਸਾਹਿਬਾ ਲਿਖਿਆ, ਵਾਰਿਸ਼ ਨੇ ਹੀਰ ਲਿਖਿਆ, ਹਾਸ਼ਮ ਨੇ ਸੱਸੀ ਪੁੰਨੂ ਦੀ ਕਹਾਣੀ ਜਿਹੜਾ ਕਿੱਸਾ ਲਿਖਿਆ ਹੈ ਨਾ। ਤਾਂ ਉਹਨਾਂ ਨੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਕੇ ਕਿੱਸਿਆਂ ਦੇ ਵਿੱਚ ਵਿਖਿਆਨ ਕੀਤਾ ਹੈ। ਅਫਸੋਸ ਜੋ ਇਸ ਬੋਲੀ ਤੋਂ ਰੋਟੀ ਖਾਂਦੇ ਨੇ ਜਿਹੜੇ ਲੋਕ, ਜਿਨ੍ਹਾਂ ਨੂੰ ਇਸ ਪੰਜਾਬੀ ਮਾਤ ਭਾਸ਼ਾ ਨੇ ਇਸ ਕਦਰ ਜਿਹੜਾ ਹੈਗਾ ਉੱਚੇ ਅਹੁਦੇ 'ਤੇ ਪਹੁੰਚਾਇਆ ਹੈ, ਉਹ ਇਸ ਬੋਲੀ ਦੀ ਬਦੌਲਤ ਆ ਜੋ ਰੋਟੀ ਖਾਂਦੇ ਨੇ, ਰਿਜ਼ਕ ਕਮਾਉਂਦੇ ਨੇ, ਉਹੀ ਉਹ ਆਪਣੇ ਘਰਾਂ 'ਚ ਇੰਗਲਿਸ਼ ਬੋਲੀ ਜਾਂਦੇ ਨੇ। ਨਾ ਸ਼ੁਕਰੇ ਜੋ ਨਹੀਂ ਮੰਨਦੇ ਅਹਿਸਾਨ ਪੰਜਾਬੀ ਦਾ, ਉਹ ਆਪਣੇ ਘਰਾਂ ਵਿੱਚ ਅੱਜ ਕੱਲ੍ਹ ਫੈਸ਼ਨ ਹੈ ਕਿ ਲੋਕ ਇੰਗਲਿਸ਼ ਬੋਲਣਾ ਪਸੰਦ ਕਰਦੇ ਆ, ਪੰਜਾਬੀ ਨਹੀਂ ਪਸੰਦ ਕਰਦੇ। ਉਹ ਨਾ ਸ਼ੁਕਰੇ ਨੇ, ਨਾ ਸ਼ੁਕਰੇ ਕਿਰਤਕਾਣ ਲੋਕ ਜਿਹੜੇ ਕਿਸੇ ਦਾ ਅਹਿਸਾਨ ਨਾ ਮੰਨਣ, ਕਿਸੇ ਦੀ ਕੀਤੀ ਨੂੰ ਭੁੱਲ ਜਾਂਦੇ ਨੇ, ਠੀਕ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਅੱਜ ਕੱਲ੍ਹ ਕੀ ਹੁੰਦਾ, ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ, ਚਾਹੇ ਉਹ ਪੰਜਾਬ ਦਾ ਚਾਹੇ ਕਿਤੇ ਵੀ ਆ।
ਬਹੁਤ ਘੱਟ ਜਗ੍ਹਾ 'ਤੇ ਇਹਨੂੰ ਇੱਜ਼ਤ ਮਿਲਦੀ ਹੈ। ਬਹੁਤ ਸਾਰੇ ਨੋਟੀਫਿਕੇਸ਼ਨ ਤੁਸੀਂ ਦੇਖੇ ਹੋਣਗੇ ਜਿਹੜੇ ਇੰਗਲਿਸ਼ ਜਾਂ ਹੋਰ ਕਿਸੇ ਭਾਸ਼ਾ ਵਿੱਚ ਨਿਕਲਦੇ ਨੇ, ਪੰਜਾਬੀ 'ਚ ਘੱਟ ਨਿਕਲਦੇ ਆ, ਹੈ ਨਾ। ਇਸ ਰਾਣੀ ਨੂੰ ਆਪਣੇ ਘਰ ਵਿੱਚ ਹੀ ਜਿੱਲਤ ਮਿਲਦੀ ਹੈ। ਜਿੱਲਤ ਮਤਲਬ ਆਪਦੇ ਘਰ 'ਚ ਹੀ ਬੇਇੱਜ਼ਤੀ ਦਾ ਸ਼ਿਕਾਰ ਹੈ, ਆਪਦੇ ਘਰ 'ਚ ਹੀ ਇੱਜ਼ਤ ਨਹੀਂ ਹੈ। ਕਦ ਕੁਰਸੀ ਤੋਂ ਗੂੰਜੇਗਾ ਫਰਮਾਨ ਪੰਜਾਬੀ ਦਾ। ਕਹਿੰਦੇ ਕਦੋਂ ਇਹ ਫਰਮਾਨ ਆਊਗਾ ਕਿ ਪੰਜਾਬ ਵਿੱਚ ਜਾਂ ਹਰ ਜਗ੍ਹਾ 'ਤੇ ਜਿਹੜਾ ਹੈ ਪੰਜਾਬੀ ਭਾਸ਼ਾ ਦੀ ਕਦਰ ਹੋਣੀ ਚਾਹੀਦੀ ਹੈ, ਹਰ ਕੰਮ ਪੰਜਾਬੀ 'ਚ ਹੋਣਾ ਚਾਹੀਦਾ। ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਹਿੰਦੀ ਮਾਸੀ ਨੂੰ ਵੀ ਚੁੱਕ ਚੁੱਕ ਸੀਸ ਨਵਾਉਂਦੇ ਹਾਂ। ਮਾਂ ਰੁਲਦੀ ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ। ਅੰਗਰੇਜ਼ੀ ਭਾਸ਼ਾ ਨੋ ਡਾਊਟ ਸਾਨੂੰ ਸਿੱਖਣੀ ਚਾਹੀਦੀ ਆ, ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਨੇ, ਪਰ ਅਸੀਂ ਅੰਗਰੇਜ਼ੀ ਨੂੰ ਤਾਂ ਭੱਜ ਭੱਜ ਕੇ ਜੱਫੀਆਂ ਪਾਉਂਦੇ ਹਾਂ। ਹਿੰਦੀ ਜਿਹੜੀ ਮਾਸੀ ਮਾਂ ਜੈਸੀ ਮਤਲਬ ਹੈਗੀ ਹੈ ਜਿਹੜੀ, ਉਹਨੂੰ ਵੀ ਅਸੀਂ ਸ਼ੀਸ਼ ਨਵਾਉਂਦੇ ਹਾਂ ਚੁੱਕ ਚੁੱਕ ਕੇ, ਪਰ ਮਾਂ ਰੁਲਦੀ ਹੈ ਪੁੱਤ ਕਰਦਾ ਨਹੀਂ ਧਿਆਨ ਪੰਜਾਬੀ ਦਾ। ਪਰ ਅਸੀਂ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਰੋਲਦੇ ਹਾਂ, ਸੋ ਇਹ ਨਹੀਂ ਹੋਣਾ ਚਾਹੀਦਾ। ਮਾਂ ਤਾਂ ਘਰ ਦੇ ਨਾਲ ਹੀ, ਘਰ ਤਾਂ ਮਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ। ਜਿਹੜਾ ਘਰ ਹੈ ਤੁਹਾਡਾ ਆਪਣਾ, ਜੇ ਮੰਮੀ ਘਰ ਹੋਵੇ ਤਾਂ ਬੜਾ ਸੋਹਣਾ ਲੱਗਦਾ। ਅਸੀਂ ਘਰ ਜਾਂਦੇ ਹਾਂ, ਤੁਸੀਂ ਬੱਚਿਓ ਦੇਖਿਆ ਹੋਊਗਾ, ਜਦੋਂ ਆਪਾਂ ਘਰ ਜਾਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਮੰਮੀ ਨੂੰ ਆਵਾਜ਼ ਮਾਰਦੇ ਹਾਂ, ਹੈ ਨਾ। ਜੇ ਮੰਮੀ ਘਰ 'ਚ ਨਹੀਂ ਤਾਂ ਘਰ ਸੋਹਣਾ ਨਹੀਂ ਲੱਗਦਾ। ਸੋ ਘਰ ਤਾਂ ਮਾਂ ਦੇ ਨਾਲ ਹੀ ਸੋਹਣਾ ਲੱਗਦਾ ਹੈ, ਮਾਸੀ ਹੋਵੇ ਨਾਲ ਜੇ ਤਾਂ ਹੋਰ ਵੀ ਫੱਬਦਾ ਹੈ। ਸ਼ਾਲਾ ਵਸਦਾ ਰਵੇ ਹਮੇਸ਼ਾ ਜਹਾਨ ਪੰਜਾਬੀ ਦਾ। ਜਿਹੜਾ ਹੈਗਾ ਕਵੀ ਹੈ ਜੋ, ਉਹ ਕਹਿੰਦਾ ਹੈ ਕਿ ਘਰ ਜਿਹੜਾ ਹੈ ਉਹ ਮਾਂ ਦੇ ਨਾਲ ਸੋਹਣਾ ਲੱਗਦਾ, ਜੇ ਮਾਸੀ ਹੋਵੇ ਤਾਂ ਹੋਰ ਵੀ ਚੰਗਾ ਲੱਗਦਾ ਹੈ। ਅਤੇ ਕਵੀ ਦੁਆ ਕਰਦਾ ਹੈ ਕਿ ਪੰਜਾਬੀਆਂ ਦਾ ਜਿਹੜਾ ਜਹਾਨ ਹੈ, ਪੰਜਾਬੀ ਮਾਂ ਬੋਲੀ ਨੂੰ ਬੋਲਣ ਵਾਲਿਆਂ ਦਾ ਜਹਾਨ ਆ, ਹਮੇਸ਼ਾ ਤਰੱਕੀਆਂ ਕਰੇ ਵਸਦਾ ਰਵੇ। ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ, ਉਜਲੀ ਲਿਸ਼ਕੀ ਲਿਪੀ ਪੋਚੀ ਰਤਾ ਨਾ ਮੈਲੀ ਹੈ। ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ। ਪੂਰੀ ਦੁਨੀਆ ਦੇ ਵਿੱਚ ਮਾਂ ਬੋਲੀ ਪੰਜਾਬੀ ਭਾਸ਼ਾ ਦੀ ਖੁਸ਼ਬੂ ਫੈਲੀ ਹੈ। ਲੋਕ ਪੂਰੇ ਸੰਸਾਰ ਦੇ ਵਿੱਚ ਪੰਜਾਬੀ ਵਸਦੇ ਨੇ ਅਤੇ ਉੱਥੇ ਪੰਜਾਬੀ ਬੋਲੀ ਜਾਂਦੀ ਹੈ, ਅਤੇ ਬੜੀ ਉੱਚੀ ਉਜਲੀ ਲਿਸ਼ਕੀ ਲਿਪੀ ਪੋਚੀ ਬੜੀ ਪਿਆਰੀ ਜਿਹੀ ਭਾਸ਼ਾ ਇਹ। ਅਤੇ ਪਦਮ ਸ਼੍ਰੀ ਪਾਤਰ, ਪਦਮ ਸ਼੍ਰੀ ਜਿਹੜਾ ਅਵਾਰਡ ਹੈ ਉਹ ਸੁਰਜੀਤ ਪਾਤਰ ਜੋ ਪੰਜਾਬੀ ਦੇ ਬੜੇ ਮਹਾਨ ਕਵੀ ਨੇ ਉਹਨਾਂ ਨੂੰ ਵੀ ਮਿਲ ਚੁੱਕਿਆ ਹੈ, ਉਹਨਾਂ ਦੀਆਂ ਰਚਨਾਵਾਂ ਦੀ ਬਦੌਲਤ। ਸੋ ਕਹਿੰਦੇ ਇੱਕ ਸੁੱਖ ਪੰਜਾਬ ਦੀ ਧਰਤੀ 'ਤੇ ਜੋ ਪਾਉਂਦੇ ਨੇ, ਬੋਲੀ ਲਿਖਾਉਣ ਵੇਲੇ ਕਿਉਂ ਘਬਰਾਉਂਦੇ ਨੇ। ਹਰ ਇੱਕ ਸੁੱਖ ਜੋ ਪੰਜਾਬ ਦੀ ਧਰਤੀ 'ਤੇ ਪਾਉਂਦੇ ਨੇ, ਮਾਂ ਬੋਲੀ ਬੋਲਣ ਵੇਲੇ ਕਿਉਂ ਘਬਰਾਉਂਦੇ ਨੇ। ਸਭ ਤੋਂ ਵੱਡਾ ਕਰ ਰਹੇ ਨੁਕਸਾਨ ਪੰਜਾਬੀ ਦਾ। ਕਹਿੰਦੇ ਉਹ ਲੋਕ ਜਿਹੜੇ ਪੰਜਾਬ ਦੀ ਧਰਤੀ ਤੋਂ ਖਾਂਦੇ ਪੀਂਦੇ ਆ, ਸੁਖੀ ਰਹਿੰਦੇ ਆ, ਅਤੇ ਮਾਂ ਬੋਲੀ ਲਿਖਾਉਣ ਵੇਲੇ ਉਹ ਬੜਾ ਘਬਰਾਉਂਦੇ ਆ। ਉਹ ਪੰਜਾਬੀ ਭਾਸ਼ਾ ਨੂੰ ਆਪਣੀ ਮਾਤ ਬੋਲੀ ਨਹੀਂ ਲਿਖਾਉਣਾ ਚਾਹੁੰਦੇ, ਹਿੰਦੀ ਜਾਂ ਹੋਰ ਭਾਸ਼ਾ ਨੂੰ ਲਿਖਾਉਂਦੇ ਆ, ਹੈ ਨਾ, ਮਤਲਬ ਆਪਣੀ ਮਾਂ ਭਾਸ਼ਾ ਨੂੰ ਨਹੀਂ ਲਿਖਾਉਂਦੇ। ਉਹੋ ਜਿਹੇ ਲੋਕ ਨੇ ਜਿਹੜੇ ਪੰਜਾਬੀ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਨੇ। ਉਂਝ ਤਾਂ ਸਾਰੀ ਦੁਨੀਆ ਵਿੱਚ ਹੈ ਧਾਕ ਪੰਜਾਬੀ ਦੀ, ਬੜੀ ਮਸ਼ਹੂਰ ਹੈ ਪੰਜਾਬੀ, ਹੈ ਨਾ। ਲੱਚਰ ਗੀਤਾਂ ਮੈਲੀ ਕੀਤੀ ਸਾਖ ਪੰਜਾਬੀ ਦੀ। ਲੱਚਰ ਗੀਤ ਨੇ ਜਿਹੜੇ ਉਹਨਾਂ ਨੇ ਪੰਜਾਬੀ ਦੀ ਸਾਖ ਨੂੰ ਖਰਾਬ ਕੀਤਾ ਹੋਇਆ ਹੈ। ਸੋਹਣੇ ਗੀਤਾਂ ਸੰਗ ਕਰੀਏ ਸਨਮਾਨ ਪੰਜਾਬੀ ਦਾ। ਸਾਨੂੰ ਸੋਹਣੇ ਗੀਤ ਗਾ ਕੇ ਪੰਜਾਬੀ ਦੇ ਸਨਮਾਨ ਨੂੰ ਬਰਕਰਾਰ ਰੱਖਣਾ ਚਾਹੀਦਾ। ਮੈਨੂੰ ਇਸ ਨੇ ਕਵਿਤਾ ਲਿਖਣੀ ਸਿਖਾਈ ਜਦ ਸਿਖਾਈ ਸੀ। ਹੁਣ ਕਵੀ ਆਪਣੇ ਬਾਰੇ ਆਪਣੇ ਆਪ ਨੂੰ ਸੰਬੋਧਨ ਕਰਦਾ, ਕਹਿੰਦਾ ਹੈ ਕਿ ਜਦੋਂ ਮੈਨੂੰ ਪੰਜਾਬੀ ਦੇ ਵਿੱਚ ਲਿਖਣੀ ਆਈ ਸੀ ਕਵਿਤਾ, ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ। ਤਾਂ ਮੇਰੇ ਜੀਵਨ ਨੇ ਬੜੀ ਇੱਕ ਅੰਗੜਾਈ ਲਈ ਅੱਗੇ ਵਧਿਆ, ਹੈ ਨਾ। ਹੋਂਦ ਰਫੀਕ ਦੀ ਮਾਨੋ ਹੈ ਵਰਦਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤਾਂ ਕਵੀ ਕੁਲਵੰਤ ਸਿੰਘ ਰਫੀਕ ਕਹਿ ਰਹੇ ਨੇ ਕਿ ਜੇ ਮੇਰੀ ਹੋਂਦ ਹੈ ਉਹ ਸਿਰਫ ਪੰਜਾਬੀ ਦੇ ਵਰਦਾਨ ਕਰਕੇ ਹੈ। ਸੋ ਇਸ ਕਰਕੇ ਜਿਹੜੇ ਕਵੀ ਆ ਕੁਲਵੰਤ ਸਿੰਘ ਰਫੀਕ ਜੀ, ਉਹ ਆਪਣਾ ਸਨਮਾਨ ਪੰਜਾਬੀ ਨੂੰ ਭੇਟ ਕਰਦੇ ਨੇ, ਕਹਿੰਦੇ ਨੇ ਕਿ ਮੈਂ ਜੋ ਹਾਂ ਉਹ ਪੰਜਾਬੀ ਦੇ ਵਰਦਾਨ ਕਰਕੇ ਹਾਂ। ਸੋ ਬੱਚੋ ਇਹ ਸੀ ਪੰਜਾਬੀ ਦੀ ਕਵਿਤਾ, ਅਤੇ ਆਸੇ ਤੁਹਾਨੂੰ ਸਮਝ ਆ ਗਈ ਹੋਵੇਗੀ। ਬਹੁਤ ਪਿਆਰੀ ਜਿਹੀ ਕਵਿਤਾ ਹੈ, ਅਤੇ ਇਹਦੇ ਵਿੱਚੋਂ ਬੋਰਡ ਦੇ ਵਿੱਚ ਬਹੁਤ ਪ੍ਰਸ਼ਨ ਆਉਂਦੇ ਨੇ। ਸੋ ਸਾਰੇ ਪ੍ਰਸ਼ਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੈ। ਅਗਰ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਅਤੇ ਤੁਹਾਨੂੰ ਕਿਸੇ ਵੀ ਪ੍ਰਸ਼ਨ ਦੇ ਉੱਤਰ ਦੇਣ 'ਚ ਕੋਈ ਵੀ ਦਿੱਕਤ ਨਹੀਂ ਆਵੇਗੀ। ਸੋ ਬਹੁਤ ਬਹੁਤ ਧੰਨਵਾਦ।